ਖੁਸ਼ਵੰਤ ਸਿੰਘ ਦੀ ਪੁਸਤਕ ਸਿੱਖ ਇਤਿਹਾਸ ਭਾਗ ਦੂਸਰਾ ਦਾ ਪਹਿਲਾ ਭਾਗ ਸਿੱਖ ਰਾਜ ਦਾ ਪਤਨ। ਕਾਂਡ 4 ਅੰਗਰੇਜ਼ਾਂ ਤੇ ਸਿੱਖਾਂ ਦੀ ਦੂਜੀ ਲੜਾਈ। ਲਾਰਡ ਹਾਰਡਿੰਗ ਨੇ ਜਨਵਰੀ 1848 ਵਿੱਚ ਆਪਣੇ ਉੱਤਰਾਧਿਕਾਰੀ ਨੂੰ ਰਾਜ ਦੀ ਵਾਗਡੋਰ ਇਸ ਵਿਸ਼ਵਾਸ ਨਾਲ ਸੌਂਪੀ ਕਿ ਆਉਣ ਵਾਲੇ ਕਈ ਸਾਲਾਂ ਤੱਕ ਭਾਰਤ ਵਿੱਚ ਉਸ ਨੂੰ ਇੱਕ ਵੀ ਗੋਲੀ ਚਲਾਉਣ ਦੀ ਜ਼ਰੂਰਤ ਨਹੀਂ ਹੋਵੇਗੀ। ਹਾਰਡਿੰਗ ਨੇ ਆਪਣੀ ਮਿੱਤਰ ਪਰ ਹੱਥ ਠੋਕਾ ਸਿੱਖ ਰਿਆਸਤ ਜਾਂ ਸਿੱਖ ਡੋਗਰਾ ਰਿਆਸਤ ਨੂੰ ਸਹਾਰਾ ਦੇਣ ਦੀ ਨੀਤੀ ਦੀ ਨੀਂਹ ਸਿੱਖਾਂ ਦੀ ਅੰਗਰੇਜ਼ਾਂ ਨਾਲ ਦੋਸਤੀ ਤੋਂ ਇਨਕਾਰ ਦੇ ਖੰਡਰਾਂ ਉੱਪਰ ਤੇ ਮੱਧ ਏਸ਼ੀਆ ਦੇ ਮੁਸਲਮਾਨਾਂ ਦੇ ਪਿਛੋਕੜ ਨੂੰ ਧਿਆਨ ਵਿੱਚ ਰੱਖ ਕੇ ਅਪਣਾਈ ਸੀ, ਤਾਂ ਜੋ ਉਹ ਆਸ ਅਨੁਸਾਰ ਪਠਾਨਾਂ ਤੇ ਅਫਗਾਨਾਂ ਦਾ ਵਿਰੋਧ ਕਰੇ। ਹਾਰਡਿੰਗ ਦਾ ਉੱਤਰਾਧਿਕਾਰੀ ਕੁਲੀਨ ਵਰਗ ਦਾ ਇੱਕ ਅਭਿਮਾਨੀ ਯੁਵਕ ਬਣਿਆ। ਪੰਜਾਬ ਵਿੱਚ ਵੱਧ ਰਹੀ ਅਸ਼ਾਂਤੀ ਨੇ ਨੌਜਵਾਨ ਜਾਗੀਰਦਾਰ ਨੂੰ ਦਰਬਾਰ ਪ੍ਰਤੀ ਅੰਗਰੇਜ਼ੀ ਨੀਤੀ ਨੂੰ ਮੁੜ ਨਿਰਧਾਰਤ ਕਰਨ ਦਾ ਮੌਕਾ ਦੇ ਦਿੱਤਾ। ਉਹ ਇਸ ਨੂੰ ਸਿਰਫ ਕਮਜ਼ੋਰ ਕਰਨ ਦੀ ਥਾਂ ਤੇ ਉਸਦੇ ਇਲਾਕੇ ਹੜੱਪ ਕਰਨ ਦੀ ਜਾਂ ਲਗਾਨ ਵਸੂਲ ਕਰਨ ਦੇ ਸਮੇਂ-ਸਮੇਂ ਆਉਣ ਵਾਲੇ ਮੌਕਿਆਂ ਦਾ ਲਾਭ ਉਠਾਉਣ ਵਿੱਚ ਪੂਰੀ ਤਰ੍ਹਾਂ ਵਿਸ਼ਵਾਸ ਕਰਦਾ ਸੀ। ਇਹ ਮੌਕਾ ਆਉਣ ਵਿੱਚ ਬਹੁਤ ਦੇਰ ਵੀ ਨਾ ਲੱਗੀ ਤੇ ਬੜੇ ਢੁਕਵੇਂ ਸਮੇਂ ਤੇ ਆ ਗਿਆ। ਹੈਨਰੀ ਲਾਰੈਂਸ, ਜੋ ਦਰਬਾਰ ਦੇ ਅਧਿਕਾਰਾਂ ਵਿੱਚ ਨਾਜਾਇਜ਼ ਦਖਲ ਦੇਣ ਦੇ ਵਿਰੁੱਧ ਸੀ, ਬਿਮਾਰੀ ਕਾਰਨ ਛੁੱਟੀ ਤੇ ਇੰਗਲੈਂਡ ਗਿਆ ਹੋਇਆ ਸੀ। ਉਹਦਾ ਭਰਾ ਜੌਨ ਤੇ ਐਡਵਰਡ ਕਰੀ, ਜੋ ਉਹਦੀ ਗੈਰ ਹਾਜ਼ਰੀ ਵਿੱਚ ਰੈਜ਼ੀਡੈਂਟ ਵਜੋਂ ਕਾਰਜ ਨਿਭਾ ਰਿਹਾ ਸੀ, ਡਲਹੌਜ਼ੀ ਦੀ ਵਿਸਤਾਰਵਾਦੀ ਨੀਤੀ ਦੀ ਵਿਚਾਰਧਾਰਾ ਦਾ ਸਮਰਥਕ ਸੀ। ਗੜਬੜ ਮੁਲਤਾਨ ਤੋਂ ਸ਼ੁਰੂ ਹੋਈ। ਰੈਜ਼ੀਡੈਂਟ ਨੇ ਦੀਵਾਨ ਮੂਲ ਰਾਜ ਨੂੰ ਸੂਬੇ ਦਾ ਲਗਾਨ 20 ਲੱਖ ਰੁਪਏ ਅਦਾ ਕਰਨ ਲਈ ਕਿਹਾ ਤੇ ਰਾਜ ਦਾ ਤੀਸਰਾ ਹਿੱਸਾ ਝੰਗ ਦਾ ਜ਼ਿਲ੍ਹਾ ਵੀ ਖੋਹ ਲਿਆ। ਮੂਲ ਰਾਜ ਇਹ ਸ਼ਰਤਾਂ ਮੰਨਣ ਲਈ ਸਹਿਮਤ ਤਾਂ ਹੋ ਗਿਆ, ਪਰ ਉਹ ਇਹ ਪੂਰੀਆਂ ਨਾ ਕਰ ਸਕਿਆ ਕਿਉਂਕਿ ਰੈਜ਼ੀਡੈਂਟ ਨੇ ਦਰਿਆ ਰਾਹੀਂ ਢੋਏ ਜਾਂਦੇ ਮਾਲ ਤੇ ਸਰਕਾਰੀ ਮਸੂਲ ਯਾਨੀ ਚੁੰਗੀ, ਆਬਕਾਰੀ ਆਦਿ ਖਤਮ ਕਰ ਦਿੱਤਾ, ਜਿਹੜਾ ਮੁਲਤਾਨ ਦੀ ਆਮਦਨੀ ਦਾ ਮਹੱਤਵਪੂਰਨ ਭਾਗ ਸੀ। ਮੂਲ ਰਾਜ ਨੇ ਆਪਣੇ ਫੈਸਲਿਆਂ ਉੱਪਰ ਰੈਜ਼ੀਡੈਂਟ ਵੱਲੋਂ ਨਜ਼ਰਸਾਨੀ ਤੇ ਵੀ ਰੋਸ ਪ੍ਰਗਟ ਕੀਤਾ। ਉਸਨੇ ਦਸੰਬਰ 1847 ਈਸਵੀ ਵਿੱਚ ਤਿਆਗ ਪੱਤਰ ਦੇ ਦਿੱਤਾ। ਤਿਆਗ ਪੱਤਰ ਪ੍ਰਵਾਨ ਕਰ ਲਿਆ ਗਿਆ, ਪਰੰਤੂ ਦੀਵਾਨ ਨੂੰ ਸਿਆਲ ਤੱਕ ਫਸਲਾਂ ਦੀ ਕਟਾਈ ਤੱਕ ਕੰਮ ਕਰਦੇ ਰਹਿਣ ਲਈ ਬਣਾ ਲਿਆ ਗਿਆ। ਕਾਹਨ ਸਿੰਘ ਮਾਨ ਨੂੰ ਉਸਦਾ ਉੱਤਰਾਧਿਕਾਰੀ ਚੁਣਿਆ ਗਿਆ। ਕਿਹਾ ਗਿਆ ਕਿ ਤੁਹਾਨੂੰ ਤਨਖਾਹ ਵੀ ਮਿਲੇਗੀ ਤੇ ਗੁਰੂ ਦਰਬਾਰ ਵਿੱਚ ਤੁਹਾਡਾ ਸਤਿਕਾਰ ਨਾਲ ਸਵਾਗਤ ਹੋਵੇਗਾ। ਗੁਰੂ ਦੀ ਕਿਰਪਾ ਨਾਲ ਮਹਾਰਾਜਾ ਦਲੀਪ ਸਿੰਘ ਨੂੰ ਆਪਣੀ ਸਲਤਨਤ ਵਿੱਚ ਪੂਰੀ ਤਰ੍ਹਾਂ ਸਥਾਪਿਤ ਕੀਤਾ ਜਾਵੇਗਾ। ਗਊ ਤੇ ਬ੍ਰਾਹਮਣ ਦੀ ਰੱਖਿਆ ਕੀਤੀ ਜਾਵੇਗੀ ਤੇ ਆਪਣਾ ਧਰਮ ਚੜ੍ਹਦੀ ਕਲਾ ਵਿੱਚ ਰਹੇਗਾ। ਮਹਾਰਾਜਾ ਤੇ ਉਸ ਦੀ ਮਾਤਾ ਦੁਖੀ ਤੇ ਚਿੰਤਤ ਹਨ। ਉਹਨਾਂ ਦੀ ਖਾਤਰ ਲੜਾਈ ਲੜ ਕੇ ਤੁਸੀਂ ਉਹਨਾਂ ਦੀ ਬਖਸ਼ਿਸ਼ ਪ੍ਰਾਪਤ ਕਰੋਗੇ। ਖਾਲਸਾ ਜੀ, ਗੁਰੂ ਦੀ ਮਿਹਰ ਨਾਲ ਕਮਰ ਕੱਸੇ ਕਰ ਲਓ। ਗੁਰੂ ਗੋਬਿੰਦ ਸਿੰਘ ਜੀ ਤੁਹਾਡੀ ਲਾਜ ਰੱਖਣਗੇ। ਥੋੜ੍ਹੇ ਅੱਖਰਾਂ ਨੂੰ ਬਹੁਤਾ ਸਮਝਣਾ। 12 ਵਿਸਾਖ 1905 ਯਾਨੀ 22 ਅਪ੍ਰੈਲ 1848। ਅੰਗਰੇਜ਼ਾਂ ਵਿਰੁੱਧ ਇਤਨਾ ਰੋਸ ਤੇ ਜਜ਼ਬਾ ਸੀ ਕਿ ਕੁਝ ਦਿਨਾਂ ਵਿੱਚ ਹੀ ਰਚਨਾ ਦੁਆਬ ਤੇ ਸਿੰਧ ਅਤੇ ਚਨਾਬ ਵਿਚਕਾਰਲੇ ਦੁਆਬਿਆਂ ਦੇ ਪਠਾਨ ਤੇ ਬਲੋਚ ਤਲਵਾਰਬਾਜ਼ ਆਪਣੀ ਇੱਛਾ ਨਾਲ ਇੱਕ ਹਿੰਦੂ ਗਵਰਨਰ ਨੂੰ ਫਰੰਗੀ ਦੇ ਹੁਕਮ ਵਿਰੁੱਧ ਪੁਨਰ ਸਥਾਪਿਤ ਕਰਨ ਲਈ ਸਾਂਝਾ ਮੁਹਾਜ਼ ਕਾਇਮ ਕਰਨ ਲਈ ਝੁੰਡਾਂ ਦੇ ਰੂਪ ਵਿੱਚ ਆ ਸ਼ਾਮਲ ਹੋਏ। ਰੈਜ਼ੀਡੈਂਟ ਐਡਵਰਡ ਕਰੀ ਦਾ ਵੈਂਸ ਐਗਨਿਊ ਉੱਪਰ ਹਮਲੇ ਦੀ ਖਬਰ ਸੁਣਨ ਪਿੱਛੋਂ ਪਹਿਲਾ ਤੁਰਤ ਪ੍ਰਤੀਕਰਮ ਫੌਜਾਂ ਨੂੰ ਮੁਲਤਾਨ ਭੇਜਣ ਦਾ ਹੁਕਮ ਦੇਣਾ ਸੀ, ਪਰ ਅਗਲੇ ਦਿਨ ਜਦ ਉਸਨੇ ਇਹ ਖਬਰ ਸੁਣੀ ਕਿ ਵੈਂਸ ਐਗਨਿਊ ਤੇ ਲੈਫਟੈਨੈਂਟ ਐਡਰਸਨ ਮਾਰ ਦਿੱਤੇ ਗਏ ਸਨ ਤੇ ਦਰਬਾਰ ਦੀਆਂ ਫੌਜਾਂ ਬਾਗੀਆਂ ਨਾਲ ਰਲ ਗਈਆਂ ਸਨ, ਤਾਂ ਉਸਨੇ ਆਪਣਾ ਪਹਿਲਾ ਹੁਕਮ ਰੱਦ ਕਰ ਦਿੱਤਾ। ਉਸਨੇ ਕੌਂਸਲ ਦੀ ਮੀਟਿੰਗ ਬੁਲਾਈ ਤੇ ਸਾਫ਼ ਕਹਿ ਦਿੱਤਾ ਕਿ ਵਿਦਰੋਹ ਦਰਬਾਰ ਦੇ ਵਿਰੁੱਧ ਹੈ, ਇਸ ਲਈ ਇਸ ਨੂੰ ਦਬਾਉਣਾ ਵੀ ਦਰਬਾਰ ਦਾ ਕੰਮ ਹੈ। ਉਸਨੇ ਭੈਰੋਵਾਲ ਦੀ ਸੰਧੀ ਦੀਆਂ ਉਹ ਧਾਰਾਵਾਂ ਭੁਲਾ ਦੇਣ ਵਿੱਚ ਬਿਹਤਰੀ ਸਮਝੀ ਜਿਸ ਅਨੁਸਾਰ ਦਰਬਾਰ ਦੇ ਖਰਚ ਤੇ ਰੱਖੀ ਹੋਈ ਅੰਗਰੇਜ਼ੀ ਸੈਨਾ ਉਚੇਚੀ ਮੁਲਕ ਵਿੱਚ ਸ਼ਾਂਤੀ ਕਾਇਮ ਰੱਖਣ ਲਈ ਹੀ ਰੱਖੀ ਗਈ ਸੀ। ਕੌਂਸਲ ਦੇ ਮੈਂਬਰਾਂ ਨੇ ਸਥਿਤੀ ਨਾਲ ਨਜਿੱਠਣ ਲਈ ਆਪਣੀ ਅਸਮਰੱਥਾ ਪ੍ਰਗਟ ਕੀਤੀ। ਲਾਰਡ ਡਲਹੌਜ਼ੀ ਤੇ ਉਹਦੇ ਸੈਨਾਪਤੀ ਨੇ ਇਹ ਦਲੀਲ ਦਿੱਤੀ ਕਿ ਮੈਦਾਨਾਂ ਵਿੱਚ ਲੜਾਈ ਲੜਨ ਦਾ ਇਹ ਠੀਕ ਸਮਾਂ ਨਹੀਂ ਸੀ। ਉਹ ਰੈਜ਼ੀਡੈਂਟ ਨਾਲ ਸਹਿਮਤ ਸਨ ਕਿ ਪਹਿਲਾਂ ਹਾਲਾਤ ਵਿਗਾੜ ਦਿੱਤੇ ਜਾਣ ਤੇ ਫਿਰ ਇਹਨਾਂ ਨੂੰ ਆਪਣੇ ਲਾਭ ਲਈ ਵਰਤਿਆ ਜਾਵੇ। ਰੈਜ਼ੀਡੈਂਟ ਨੇ ਬਗਾਵਤ ਦੇ ਭਾਂਬੜਾਂ ਨੂੰ ਭੜਕਾਉਣ ਦੀ ਪੂਰੀ ਵਾਹ ਲਾਈ। ਰਾਣੀ ਜਿੰਦਾ, ਜੋ ਸ਼ੇਖੂਪੁਰ ਦੇ ਕਿਲੇ ਵਿੱਚ ਨਜ਼ਰਬੰਦ ਸੀ ਤੇ ਜੋ ਬ੍ਰਾਹਮਣਾਂ ਨੂੰ ਭੋਜਨ ਛਕਾਉਣ ਤੇ ਨਜੂਮੀਆਂ ਤੋਂ ਟੇਵੇ ਲਵਾ ਕੇ ਪੈਸੇ ਖਰਚ ਤੋਂ ਬਿਨਾਂ ਕੁਝ ਵੀ ਨਹੀਂ ਕਰ ਸਕਦੀ ਸੀ, ਉਸ ਨੂੰ ਪੰਜਾਬ 'ਚੋਂ ਜਲਾਵਤਨ ਕਰਨ ਦੇ ਹੁਕਮ ਦੇ ਦਿੱਤੇ ਗਏ।
ਰੈਜ਼ੀਡੈਂਟ ਦਾ ਵਿਸ਼ਵਾਸ ਸੀ ਕਿ ਭਾਵੇਂ ਉਹਦੇ ਦੋਸ਼ ਦਾ ਕੋਈ ਕਾਨੂੰਨੀ ਸਬੂਤ ਨਾ ਮਿਲੇ, ਪਰ ਦੇਸ਼ੀ ਸਿਪਾਹੀਆਂ ਦੀ ਵਫ਼ਾਦਾਰੀ ਨੂੰ ਪ੍ਰਭਾਵਿਤ ਕਰਨ ਲਈ ਉਹ ਸਾਜ਼ਿਸ਼ ਵਿੱਚ ਸ਼ਾਮਲ ਸੀ। ਰੀਜੈਂਸੀ ਕੌਂਸਲ, ਜੋ ਅੰਗਰੇਜ਼ਾਂ ਸਾਹਮਣੇ ਨਰਮ ਅਤੇ ਝੁਕਣ ਵਾਲੀ ਸੀ, ਉਸ ਦੀ ਸਰਬਸੰਮਤੀ ਨਾਲ ਇਸ ਹੁਕਮ ਦੀ ਵਿਰੋਧਤਾ ਕਰਨ ਦੇ ਬਾਵਜੂਦ ਇਸ ਹੁਕਮ ਨੂੰ ਸਖਤੀ ਨਾਲ ਲਾਗੂ ਕੀਤਾ ਗਿਆ। ਜਿੰਦਾ ਨੂੰ ਭਾਰੀ ਸੁਰੱਖਿਆ ਗਾਰਡ ਦੇ ਅਧੀਨ ਬਨਾਰਸ ਭੇਜ ਦਿੱਤਾ ਗਿਆ ਤੇ ਉਸ ਦਾ ਭੱਤਾ ਹੋਰ ਘਟਾ ਕੇ 1000 ਰੁਪਏ ਪ੍ਰਤੀ ਮਹੀਨਾ ਕਰ ਦਿੱਤਾ ਗਿਆ। ਪੰਜਾਬ ਵਿੱਚ ਗੁੱਸੇ ਦੀ ਲਹਿਰ ਫੈਲ ਗਈ। ਮੁਲਤਾਨ ਵਿਦਰੋਹ ਦੇ ਸਮੇਂ ਸ਼ਾਇਦ ਇੱਕ ਵੀ ਆਦਮੀ ਰਾਣੀ ਦੇ ਕਹਿਣ ਤੇ ਬੰਦੂਕ ਨਾ ਉਠਾਉਂਦਾ, ਪਰ ਉਹਦੇ ਰਿਆਸਤ ਵਿੱਚੋਂ ਜਲਾਵਤਨ ਕੀਤੇ ਜਾਣ ਦੇ ਇੱਕ ਹਫ਼ਤਾ ਮਗਰੋਂ ਹੀ ਬਹੁਤ ਥੋੜ੍ਹੇ ਹੀ ਹੋਣਗੇ ਜੋ ਉਹਦੀ ਖਾਤਰ ਜਾਨਾਂ ਵਾਰਨ ਲਈ ਤਿਆਰ ਨਹੀਂ ਹੋਏ ਹੋਣਗੇ। ਰੈਜ਼ੀਡੈਂਟ ਨੇ ਗਵਰਨਰ ਜਨਰਲ ਨੂੰ ਪੱਤਰ ਵਿੱਚ ਇਹ ਮੰਨਿਆ, ਮਹਾਰਾਣੀ ਨੂੰ ਦੂਰ ਭੇਜੇ ਜਾਣ ਤੇ ਖਾਲਸਾ ਸੈਨਿਕ ਬਹੁਤ ਬੇਚੈਨ ਹਨ, ਕਿਉਂਕਿ ਉਹਦੇ ਜਾਣ ਪਿੱਛੋਂ ਤੇ ਦਲੀਪ ਸਿੰਘ ਸਾਡੇ ਹਵਾਲੇ ਹੋਣ ਕਾਰਨ ਉਹ ਹੁਣ ਕਿਸ ਦੀ ਖਾਤਰ ਤੇ ਕਿਸ ਦਾ ਰਾਜ ਕਾਇਮ ਰੱਖਣ ਲਈ ਲੜਾਈ ਕਰਨ। ਅਫਗਾਨਿਸਤਾਨ ਦੇ ਅਮੀਰ ਦੋਸਤ ਮੁਹੰਮਦ ਨੇ ਵੀ ਪੰਜਾਬ ਦੇ ਲੋਕਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ। ਰਾਣੀ ਦੀ ਜਲਾਵਤਨੀ ਨਾਲ ਦਰਬਾਰ ਦੇ ਪਤਵੰਤਿਆਂ ਦਾ ਅੰਗਰੇਜ਼ਾਂ ਵਿੱਚੋਂ ਵਿਸ਼ਵਾਸ ਘਟ ਗਿਆ। ਹੁਣ ਤੱਕ ਉਹ ਅੰਗਰੇਜ਼ਾਂ ਦੇ ਵਫ਼ਾਦਾਰ ਰਹੇ ਸਨ, ਕਿਉਂਕਿ ਅੰਗਰੇਜ਼ਾਂ ਨੇ ਉਹਨਾਂ ਦੀ ਖਾਲਸਾ ਫੌਜ ਦੀ ਰੱਖਿਆ ਕੀਤੀ ਸੀ ਤੇ ਉਹ ਉਹਨਾਂ ਦੇ ਅਧਿਕਾਰਾਂ ਤੇ ਜਾਗੀਰਾਂ ਦੇ ਜ਼ਾਮਨ ਬਣੇ ਸਨ। ਪਰੰਤੂ ਰਾਣੀ ਦੀ ਜਲਾਵਤਨੀ ਤੇ ਉਹਦੇ ਨੇੜੇ ਸਮਝੇ ਜਾਣ ਵਾਲਿਆਂ ਦੀਆਂ ਜਾਗੀਰਾਂ ਜ਼ਬਤ ਕਰਨ ਮਗਰੋਂ ਉਹਨਾਂ ਨੂੰ ਆਪਣੇ ਰੱਖਿਅਕਾਂ ਪ੍ਰਤੀ ਆਪਣੇ ਵਤੀਰੇ ਉੱਪਰ ਵੀ ਸੰਦੇਹ ਹੋਣ ਲੱਗਾ। ਸਭ ਤੋਂ ਵਧੇਰੇ ਬੇਚੈਨ ਅਟਾਰੀ ਵਾਲਾ ਘਰਾਣਾ ਸੀ, ਕਿਉਂਕਿ ਚਤਰ ਸਿੰਘ ਦੀ ਲੜਕੀ ਦੀ ਮਹਾਰਾਜਾ ਦਲੀਪ ਸਿੰਘ ਨਾਲ ਮੰਗਣੀ ਹੋਈ ਸੀ। ਉਹਨਾਂ ਨੇ ਇਸ ਉਮੀਦ ਤੇ ਜਿੰਦਾ ਨਾਲ ਜ਼ਿਆਦਤੀਆਂ ਬਰਦਾਸ਼ਤ ਕੀਤੀਆਂ ਕਿ ਜੇ ਸਭ ਕੁਝ ਠੀਕ ਰਿਹਾ ਤਾਂ ਇੱਕ ਦਿਨ ਅਟਾਰੀ ਵਾਲਿਆਂ ਦੀ ਲੜਕੀ ਪੰਜਾਬ ਦੀ ਮਹਾਰਾਣੀ ਬਣੇਗੀ। ਭਾਵੇਂ ਦੋਹਾਂ ਨੇ ਹੀ ਬਜ਼ੁਰਗ ਚਤਰ ਸਿੰਘ ਨੇ, ਜੋ ਉੱਤਰ ਪੱਛਮੀ ਸਮਾਤ ਜ਼ਿਲ੍ਹਿਆਂ ਦਾ ਨਾਜ਼ਮ ਸੀ, ਤੇ ਉਹਦੇ ਲੜਕੇ ਸ਼ੇਰ ਸਿੰਘ ਨੇ, ਜੋ ਰੀਜੈਂਸੀ ਕੌਂਸਲ ਦਾ ਮੈਂਬਰ ਸੀ, ਚੁੱਪ-ਚਾਪ ਰਾਣੀ ਜਿੰਦਾ ਦੀ ਜਲਾਵਤਨੀ ਪ੍ਰਵਾਨ ਕਰ ਲਈ ਸੀ। ਹੁਣ ਉਹ ਵੀ ਸ਼ੱਕ ਕਰਨ ਲੱਗ ਪਏ ਸਨ ਕਿ ਮਹਾਰਾਜਾ ਦਲੀਪ ਸਿੰਘ ਦੇ ਬਾਲਗ ਹੋਣ ਤੇ ਅੰਗਰੇਜ਼ਾਂ ਦੀ ਉਸ ਨੂੰ ਉਸ ਦਾ ਰਾਜ ਸੌਂਪ ਦੇਣ ਦੀ ਕੋਈ ਨੀਤ ਨਹੀਂ ਸੀ। ਇਸ ਵਿਦਰੋਹ ਨੂੰ ਜਾਣ ਬੁੱਝ ਕੇ ਨਾ ਦਬਾਉਣ ਦੀ ਨੀਤੀ ਹੇਠਲੀ ਪੱਧਰ ਦੇ ਅਧੀਨ ਅਫਸਰਾਂ ਤੱਕ ਰਿਸ ਕੇ ਨਹੀਂ ਪਹੁੰਚੀ ਸੀ ਤੇ ਅਜਿਹੇ ਅਫਸਰਾਂ ਤੋਂ ਬਹੁਤ ਸਾਹਸ ਵਾਲਾ ਲੈਫਟੈਨੈਂਟ ਐਡਵਰਡਸ ਸੀ, ਜਿਸ ਬਾਰੇ ਅਸੀਂ ਜਾਣਦੇ ਹਾਂ ਕਿ ਉਸ ਨੂੰ ਡੇਰਾ ਫਤਿਹ ਖਾਂ ਵਿੱਚ ਵੈਂਸ ਐਗਨਿਊ ਦਾ ਪੱਤਰ ਮਿਲਿਆ ਸੀ। ਉਸਨੇ ਉੱਪਰਲੇ ਹੁਕਮਾਂ ਦੀ ਉਡੀਕ ਨਹੀਂ ਸੀ ਕੀਤੀ, ਸਗੋਂ ਉਸਨੇ ਮੁਲਤਾਨ ਉੱਪਰ ਹਮਲਾ ਕਰਨ ਲਈ ਵਾਨ ਕੋਟਲੈਂਡ ਨੂੰ ਵੀ ਲਿਖਿਆ ਕਿ ਉਹ ਉਸ ਕੋਲ ਸੈਨਾ ਲੈ ਕੇ ਪਹੁੰਚ ਜਾਵੇ। ਜਾਂਦਿਆਂ ਹੋਇਆਂ ਰਾਹ ਵਿੱਚੋਂ ਉਸਨੇ ਮੁਲਤਾਨ ਦੇ ਆਂਢ-ਗੁਆਂਢ ਦੇ ਮੁਸਲਮਾਨ ਕਬੀਲਿਆਂ ਤੋਂ ਲੜਾਈ ਲਈ ਫੌਜੀ ਭਰਤੀ ਕੀਤੀ। ਉਸਨੇ ਸਿੰਧ ਪਾਰ ਕਰਕੇ ਲਈਆ ਉੱਪਰ ਅਧਿਕਾਰ ਕਰ ਲਿਆ। ਫਿਰ ਲਈਆ ਤੋਂ ਹਟ ਕੇ ਉਸਨੇ ਮਗਰੋਟਾ ਤੇ ਕਬਜ਼ਾ ਕੀਤਾ। ਅੱਧ ਮਈ ਵਿੱਚ ਉਸਨੇ ਤੇ ਵਾਨ ਕੋਟਲੈਂਡ ਨੇ ਡੇਰਾ ਗਾਜ਼ੀ ਖਾਂ ਜਿੱਤ ਲਿਆ ਤੇ ਦੱਖਣ ਵੱਲੋਂ ਮੁਲਤਾਨ ਵੱਲ ਵਧੇ। ਐਡਵਰਡਸ ਦੀ ਸਾਹਸੀ ਕਾਰਵਾਈ ਨਾਲ ਰੈਜ਼ੀਡੈਂਟ ਨੂੰ ਵੀ ਸ਼ਰਮਿੰਦਗੀ ਅਨੁਭਵ ਕਰਕੇ ਹਰਕਤ ਵਿੱਚ ਆਉਣਾ ਪਿਆ। ਉਸਨੇ ਜਨਰਲ ਵਿਸ਼ ਤੇ ਸ਼ੇਰ ਸਿੰਘ ਅਟਾਰੀ ਵਾਲਾ ਨੂੰ ਮੁਲਤਾਨ ਜਾਣ ਦਾ ਹੁਕਮ ਦਿੱਤਾ ਤੇ ਬਹਾਵਲਪੁਰ ਦੇ ਨਵਾਬ ਨੂੰ ਹਮਲਾ ਕਰਨ ਲਈ ਸਾਥ ਦੇਣ ਲਈ ਉਤਸ਼ਾਹਿਤ ਕੀਤਾ। ਮੂਲ ਰਾਜ ਨੇ ਬਹਾਵਲਪੁਰੀਆਂ ਨਾਲ 18 ਜੂਨ 1848 ਨੂੰ ਕਨੇਰੀ ਦੇ ਸਥਾਨ ਤੇ ਯੁੱਧ ਲੜਿਆ ਤੇ ਫਿਰ ਉਹ ਪਿੱਛੇ ਹਟ ਗਿਆ। ਐਡਵਰਡਸ ਤੇ ਵਾਨ ਕੋਟਲੈਂਡ ਦੀਆਂ ਫੌਜਾਂ ਬਹਾਵਲਪੁਰੀਆਂ ਨਾਲ ਆ ਮਿਲੀਆਂ, ਮੂਲ ਰਾਜ ਦਾ ਪਿੱਛਾ ਕੀਤਾ ਤੇ ਉਸ ਨੂੰ 1 ਜੁਲਾਈ 1848 ਨੂੰ ਸਦੋਸਮ ਦੇ ਸਥਾਨ ਤੇ ਇੱਕ ਹੋਰ ਹਾਰ ਦਿੱਤੀ। ਮੂਲ ਰਾਜ ਮਜਬੂਰ ਹੋ ਕੇ ਮੁਲਤਾਨ ਵੱਲ ਪਿੱਛੇ ਹਟ ਗਿਆ। ਦਰਬਾਰ ਦੀਆਂ ਫੌਜਾਂ ਦੇ ਉੱਤਰ ਵੱਲੋਂ ਆਉਣ ਨਾਲ ਤੇ ਲੇਕ ਐਡਵਰਡਸ ਤੇ ਵਾਨ ਕੋਟਲੈਂਡ ਦੀਆਂ ਸੈਨਾਵਾਂ ਦਾ ਦੱਖਣ ਵੱਲੋਂ ਉਹਦਾ ਪਿੱਛਾ ਕਰਨ ਨਾਲ ਜਾਪ ਰਿਹਾ ਸੀ ਕਿ ਮੂਲ ਰਾਜ ਦਾ ਸਮਾਂ ਹੁਣ ਖਤਮ ਹੋਣ ਵਾਲਾ ਸੀ। ਘਿਰੇ ਹੋਏ ਦੀਵਾਨ ਦੀ ਸਹਾਇਤਾ ਲਈ ਭਾਈ ਮਹਾਰਾਜ ਸਿੰਘ ਆਇਆ। ਜਿੰਦਾ ਦੀ ਜਲਾਵਤਨੀ ਸਮੇਂ ਉਹ ਮਾਝੇ ਵਿੱਚ ਸਰਗਰਮ ਸੀ। ਜਦੋਂ ਉਸਨੇ ਮੁਲਤਾਨ ਵਿੱਚ ਵਿਦਰੋਹਾਂ ਬਾਰੇ ਸੁਣਿਆ ਤਾਂ ਉਹ ਆਪਣੇ ਪੈਰੋਕਾਰਾਂ ਨਾਲ ਦੱਖਣ ਵੱਲ ਤੁਰ ਪਿਆ। ਉਹਨਾਂ ਨੇ ਲੋਕਾਂ ਨੂੰ ਪੁਰਜ਼ੋਰ ਪ੍ਰੇਰਨਾ ਕੀਤੀ ਕਿ ਉਹ ਮੂਲ ਰਾਜ ਦੇ ਝੰਡੇ ਹੇਠ ਆ ਜਾਣ ਤੇ ਇਹ ਭਰੋਸਾ ਦਿਵਾਇਆ ਕਿ 100 ਸਾਖੀ ਵਿੱਚ ਲਿਖਿਆ ਹੋਇਆ ਹੈ ਕਿ ਖਾਲਸਾ 1848 ਈਸਵੀ ਯਾਨੀ ਸੰਮਤ 1905 ਵਿੱਚ ਪੰਜਾਬ ਦੀ ਹਕੂਮਤ ਦਾ ਮਾਲਕ ਬਣੇਗਾ, ਪ੍ਰਭੂਤਾ ਗ੍ਰਹਿਣ ਕਰੇਗਾ। ਭਾਈ ਮਹਾਰਾਜ ਸਿੰਘ ਦਾ ਪਿੱਛਾ ਕਰਨ ਲਈ ਦਰਬਾਰ ਦੀਆਂ ਫੌਜਾਂ ਭੇਜੀਆਂ ਗਈਆਂ। ਇਹਨਾਂ ਨੇ ਉਸ ਨੂੰ ਚਨਾਬ ਦਰਿਆ ਦੇ ਨੇੜੇ ਆ ਘੇਰਿਆ ਤੇ ਉਸ ਦੇ ਬਹੁਤ ਸਾਰੇ ਪੈਰੋਕਾਰਾਂ ਨੂੰ ਮਾਰ ਮੁਕਾਇਆ।
ਭਾਈ ਬਚ ਕੇ ਨਿਕਲ ਗਿਆ ਤੇ ਮੂਲ ਰਾਜ ਨਾਲ ਜਾ ਕੇ ਮਿਲ ਗਿਆ। ਉਸ ਦੇ ਪਹੁੰਚਣ ਨਾਲ ਉਤਸ਼ਾਹਹੀਨ ਦੀਵਾਨ ਹੌਸਲੇ ਵਿੱਚ ਹੋ ਗਿਆ, ਜੋ ਕਿ ਹਿਚਕਚਾਉਂਦੇ ਵਿਦਰੋਹੀ ਤੋਂ ਕੌਮੀ ਪੱਧਰ ਦਾ ਨਾਇਕ ਬਣ ਗਿਆ। ਇੱਕ ਸਥਾਨਕ ਬਗਾਵਤ ਆਜ਼ਾਦੀ ਦੀ ਲੜਾਈ ਵਿੱਚ ਤਬਦੀਲ ਹੋ ਗਈ। ਸਾਰੇ ਪੰਜਾਬ ਵਿੱਚੋਂ ਫੌਜ ਵੱਲੋਂ ਮੂਲ ਰਾਜ ਦੇ ਸਮਰਥਨ ਦੀਆਂ ਖਬਰਾਂ ਪਹੁੰਚ ਗਈਆਂ। ਅਟਾਰੀ ਵਾਲੇ ਉਸ ਸਮੇਂ ਹੀ ਅੰਗਰੇਜ਼ਾਂ ਦੇ ਵਿਰੁੱਧ ਹੋਏ, ਜਦੋਂ ਉਹਨਾਂ ਦਾ ਸ਼ੱਕ ਯਕੀਨ ਵਿੱਚ ਬਦਲ ਗਿਆ ਕਿ ਅੰਗਰੇਜ਼ਾਂ ਦਾ ਭੈਰੋਵਾਲ ਦੀ ਸੰਧੀ ਦੀਆਂ ਸ਼ਰਤਾਂ 'ਤੇ ਅਮਲ ਕਰਨ ਦਾ ਕੋਈ ਇਰਾਦਾ ਨਹੀਂ। ਸ਼ੇਰ ਸਿੰਘ ਨੇ ਆਪਣੇ ਪਿਤਾ ਦੇ ਕਹਿਣ 'ਤੇ ਲੈਫਟੀਨੈਂਟ ਐਡਵਰਡਸ ਨੂੰ ਰੈਜ਼ੀਡੈਂਟ ਨੂੰ ਦਲੀਪ ਸਿੰਘ ਦੇ ਵਿਆਹ ਦੀ ਤਾਰੀਖ ਨਿਸ਼ਚਿਤ ਕਰਨ ਵਾਸਤੇ ਲਿਖਣ ਲਈ ਪ੍ਰੇਰਿਆ। ਅਟਾਰੀ ਵਾਲਿਆਂ ਨੇ ਮਹਿਸੂਸ ਕੀਤਾ ਕਿ ਉਹਨਾਂ ਦੀ ਪ੍ਰਤੀਕਿਰਿਆ ਤੋਂ ਪਤਾ ਲੱਗ ਜਾਵੇਗਾ ਕਿ ਅੰਗਰੇਜ਼ ਅਧਿਕਾਰੀਆਂ ਦੇ ਦਿਮਾਗ ਵਿੱਚ ਕੀ ਖਿਚੜੀ ਪੱਕ ਰਹੀ ਸੀ। ਰੈਜ਼ੀਡੈਂਟ ਨੇ ਇਸ ਬਾਰੇ ਵਿਚਾਰ ਕਰਨ ਦਾ ਇਕਰਾਰ ਕੀਤਾ, ਪਰ ਉਸ ਨੇ ਚਿੱਠੀ ਨੂੰ ਉਹਨਾਂ ਸ਼ਬਦਾਂ ਨਾਲ ਖਤਮ ਕੀਤਾ ਜਿਸ ਨਾਲ ਅਟਾਰੀ ਵਾਲਿਆਂ ਨੂੰ ਕੋਈ ਵਿਸ਼ਵਾਸ ਨਹੀਂ ਹੋ ਸਕਦਾ ਸੀ। ਉਸ ਨੇ ਲਿਖਿਆ, ਮੈਂ ਨਹੀਂ ਸਮਝਦਾ ਕਿ ਮਹਾਰਾਜੇ ਦੇ ਵਿਆਹ ਦੀਆਂ ਰਸਮਾਂ ਦੀ ਕਾਰਵਾਈ ਦਾ ਸਰਕਾਰ ਦੀ ਉਸ ਨੀਤੀ ਨਾਲ ਕੀ ਸੰਬੰਧ ਹੋ ਸਕਦਾ ਹੈ, ਜਾਂ ਇਹ ਕੀ ਸੰਕੇਤ ਦੇ ਸਕਦੀ ਹੈ ਜੋ ਸਰਕਾਰ ਹੁਣ ਜਾਂ ਭਵਿੱਖ ਵਿੱਚ ਪੰਜਾਬ ਦੇ ਰਾਜ ਪ੍ਰਬੰਧ ਬਾਰੇ ਅਪਣਾਉਣਾ ਠੀਕ ਸਮਝੇ। ਇਸ ਗੈਰ ਤਸੱਲੀ ਬਖਸ਼ ਉੱਤਰ ਪਿੱਛੋਂ ਚਤਰ ਸਿੰਘ ਅਟਾਰੀ ਵਾਲਾ ਤੇ ਕੈਪਟਨ ਐਬਟ, ਜੋ ਉਸ ਦਾ ਸਹਾਇਕ ਸੀ, ਦੇ ਸਬੰਧ ਵਿਗੜ ਗਏ। 1848 ਅਗਸਤ ਵਿੱਚ ਬਿਨਾਂ ਉਕਸਾਹਟ ਤੇ ਐਬਟ ਨੇ ਮੁਸਲਮਾਨ ਕਬੀਲਿਆਂ ਨੂੰ ਸਿੱਖਾਂ ਵਿਰੁੱਧ ਭੜਕਾਇਆ। ਕਬਾਇਲੀਆਂ ਨੇ ਹਰੀਪੁਰ ਤੇ ਹਮਲਾ ਕਰਨ ਲਈ ਘੇਰਾ ਪਾ ਲਿਆ। ਆਪਣੀ ਰੱਖਿਆ ਲਈ ਚਤਰ ਸਿੰਘ ਅਟਾਰੀ ਵਾਲਾ ਨੇ ਦਰਬਾਰ ਦੇ ਅਮਰੀਕਨ ਅਫਸਰ ਕਰਨਲ ਕਨੋਰਾ ਨੂੰ ਉਸ ਲਈ ਕਿਲ੍ਹਾ ਖਾਲੀ ਕਰਨ ਦਾ ਹੁਕਮ ਦਿੱਤਾ। ਕਰਨਲ ਕਨੋਰਾ ਨੇ ਐਬਟ ਦੀ ਆਗਿਆ ਬਿਨਾਂ ਚਤਰ ਸਿੰਘ ਦੇ ਹੁਕਮ ਦੀ ਪਾਲਣਾ ਕਰਨ ਤੋਂ ਇਨਕਾਰ ਕਰ ਦਿੱਤਾ। ਚਤਰ ਸਿੰਘ ਨੇ ਆਪਣੀ ਸੈਨਾ ਨੂੰ ਬਲ ਪ੍ਰਯੋਗ ਕਰਕੇ ਕਿਲ੍ਹੇ ਤੇ ਅਧਿਕਾਰ ਕਰਨ ਦਾ ਹੁਕਮ ਦੇ ਦਿੱਤਾ। ਅਟਾਰੀ ਵਾਲੇ ਦੀਆਂ ਫੌਜਾਂ ਤੇ ਗੋਲੀ ਚਲਾਉਣ ਦੀ ਕੋਸ਼ਿਸ਼ ਕਰਦਾ ਹੋਇਆ ਕਨੋਰਾ ਮਾਰਿਆ ਗਿਆ। ਐਬਟ ਨੇ ਚਤਰ ਸਿੰਘ ਉੱਪਰ ਅਕਾਰਨ ਖੂਨ ਕਰਨ ਦਾ ਦੋਸ਼ ਲਾਇਆ। ਰੈਜ਼ੀਡੈਂਟ ਕਪਤਾਨ ਐਬਟ ਨੂੰ ਝਾੜ ਪਾਉਣ ਲਈ ਮਜਬੂਰ ਹੋਇਆ, ਪਰ ਕੁਝ ਦਿਨ ਮਗਰੋਂ ਉਸਨੇ ਅਧੀਨ ਪੜਤਾਲੀ ਅਫਸਰ ਰਿਪੋਰਟ ਨੂੰ ਪ੍ਰਵਾਨ ਕਰਕੇ ਚਤਰ ਸਿੰਘ ਦੀਆਂ ਜਾਗੀਰਾਂ ਜ਼ਬਤ ਕਰ ਲਈਆਂ ਤੇ ਉਸ ਨੂੰ ਨਾਜ਼ਮ ਦੇ ਅਹੁਦੇ ਤੋਂ ਬਰਖਾਸਤ ਕਰ ਦਿੱਤਾ। ਚਤਰ ਸਿੰਘ ਭਾਵੇਂ ਬਿਮਾਰ ਤੇ ਬੁੱਢਾ ਸੀ, ਪਰ ਉਸ ਕੋਲ ਜ਼ਿਆਦਤੀ ਵਿਰੁੱਧ ਲੜਨ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ ਸੀ। ਉਸ ਨੇ ਅਮੀਰ ਦੋਸਤ ਮੁਹੰਮਦ ਤੇ ਉਸ ਦੇ ਭਰਾ ਸੁਲਤਾਨ ਮੁਹੰਮਦ ਨਾਲ ਗੱਲਬਾਤ ਚਲਾਈ। ਉਸ ਨੇ ਕਿਹਾ ਕਿ ਜੇ ਸਿੱਖ ਡੇਰਾ ਜ਼ਾਤ ਤੇ ਪਿਸ਼ਾਵਰ ਉਹਨਾਂ ਨੂੰ ਛੱਡ ਦੇਣਗੇ ਤਾਂ ਉਹ ਉਹਨਾਂ ਦੀ ਸਹਾਇਤਾ ਲਈ ਸਹਿਮਤ ਹੋਣਗੇ। ਚਤਰ ਸਿੰਘ ਨੇ ਆਪਣੇ ਮਿੱਤਰ ਗੁਲਾਬ ਸਿੰਘ ਡੋਗਰਾ ਕੋਲੋਂ ਵੀ ਸਹਾਇਤਾ ਮੰਗੀ। ਡੋਗਰਿਆਂ ਨੇ ਆਪਣੀਆਂ ਫੌਜਾਂ ਦੀ ਨਕਲੋ ਹਰਕਤ ਪੰਜਾਬ ਦੀ ਸੀਮਾ ਤੇ ਜਾਰੀ ਰੱਖੀ ਤੇ ਦੋਵੇਂ ਧਿਰਾਂ ਉਸ ਦੀ ਅਸਲੀ ਨੀਤ ਬਾਰੇ ਅੰਦਾਜ਼ੇ ਲਾਉਂਦੀਆਂ ਰਹੀਆਂ। ਮੁਲਤਾਨ ਵਿੱਚ ਸ਼ੇਰ ਸਿੰਘ ਨੂੰ ਰੈਜ਼ੀਡੈਂਟ ਵੱਲੋਂ ਉਸ ਦੇ ਬਜ਼ੁਰਗ ਪਿਤਾ ਨਾਲ ਕੀਤੇ ਸਲੂਕ ਬਾਰੇ ਸਭ ਜਾਣਕਾਰੀ ਤਾਂ ਮਿਲ ਗਈ ਸੀ, ਪਰ ਉਹ ਕਾਹਲੀ ਨਾਲ ਕੋਈ ਕਦਮ ਉਠਾਉਣ ਤੋਂ ਰੁਕਿਆ ਰਿਹਾ। 9 ਸਤੰਬਰ ਨੂੰ ਉਸ ਨੇ ਅੰਗਰੇਜ਼ਾਂ ਨਾਲ ਮਿਲ ਕੇ ਕਿਲ੍ਹਾ ਜਿੱਤਣ ਦੀ ਕੋਸ਼ਿਸ਼ ਕੀਤੀ, ਪਰੰਤੂ ਕੁਝ ਦਿਨ ਮਗਰੋਂ ਜਦੋਂ ਉਸ ਨੂੰ ਯਕੀਨ ਹੋ ਗਿਆ ਕਿ ਅੰਗਰੇਜ਼ ਉਸ ਨੂੰ ਅਗਵਾ ਕਰਨਾ ਚਾਹੁੰਦੇ ਸਨ, ਤਾਂ ਉਹ ਆਪਣੀ ਫੌਜ ਲੈ ਕੇ ਅੰਗਰੇਜ਼ਾਂ ਦੇ ਡੇਰੇ ਤੋਂ ਚਲਾ ਗਿਆ। ਅਗਲੇ ਦਿਨ ਉਸ ਨੇ ਐਲਾਨ ਕੀਤਾ, ਪੰਜਾਬ ਦੇ ਸਾਰੇ ਵਸਨੀਕ, ਸਾਰੇ ਸਿੱਖ ਤੇ ਖਾਲਸੇ ਨੂੰ ਸਭ ਪਿਆਰ ਕਰਨ ਵਾਲੇ, ਗੱਲ ਕੀ ਸਾਰਾ ਸੰਸਾਰ ਜਾਣਦਾ ਹੈ ਕਿ ਫਰੰਗੀਆਂ ਨੇ ਮਹਾਨ ਮਹਾਰਾਜਾ ਰਣਜੀਤ ਸਿੰਘ ਦੀ ਵਿਧਵਾ ਨਾਲ ਕਿਤਨਾ ਅਤਿਆਚਾਰ, ਜ਼ੁਲਮ ਤੇ ਧੱਕਾ ਕੀਤਾ ਹੈ ਤੇ ਪੰਜਾਬ ਦੇ ਲੋਕਾਂ ਨਾਲ ਉਹਨਾਂ ਨੇ ਕਿਤਨਾ ਜ਼ੁਲਮ ਕੀਤਾ ਹੈ। ਸ਼ੇਰ ਸਿੰਘ ਨੇ ਮੂਲ ਰਾਜ ਨਾਲ ਮਿਲ ਜਾਣ ਦੀ ਪੇਸ਼ਕਸ਼ ਕੀਤੀ, ਪਰੰਤੂ ਦੀਵਾਨ ਨੂੰ ਅੰਗਰੇਜ਼ਾਂ ਵੱਲੋਂ ਇੱਕ ਜਾਲੀ ਪੱਤਰ ਭੇਜਣ ਨਾਲ ਸ਼ੇਰ ਸਿੰਘ ਤੇ ਸ਼ੱਕ ਹੋ ਗਿਆ, ਜਿਸ ਵਿੱਚ ਲਿਖਿਆ ਗਿਆ ਸੀ ਕਿ ਸ਼ੇਰ ਸਿੰਘ ਲੁਕਵੀਂ ਚਾਲ ਨਾਲ ਮੁਲਤਾਨ ਤੇ ਕਬਜ਼ਾ ਕਰ ਲਵੇਗਾ। ਇਸ ਲਈ ਮੂਲ ਰਾਜ ਨੇ ਸ਼ੇਰ ਸਿੰਘ ਨੂੰ ਕਿਲ੍ਹੇ ਵਿੱਚ ਦਾਖਲ ਕਰਨ ਤੋਂ ਇਨਕਾਰ ਕਰ ਦਿੱਤਾ। ਸ਼ੇਰ ਸਿੰਘ ਪੂਰੀ ਤਰ੍ਹਾਂ ਉਪਰਾਮ ਤੇ ਨਿਰਾਸ਼ ਹੋ ਕੇ ਮੁਲਤਾਨ ਛੱਡ ਕੇ ਆਪਣੇ ਪਿਤਾ ਦੀ ਸਹਾਇਤਾ ਕਰਨ ਲਈ ਚਲਾ ਗਿਆ। ਅਟਾਰੀ ਵਾਲਿਆਂ ਵੱਲੋਂ ਅੰਗਰੇਜ਼ਾਂ ਦਾ ਸਾਥ ਤਿਆਗ ਦੇਣਾ ਦੂਸਰੇ ਸਰਦਾਰਾਂ ਲਈ ਆਜ਼ਾਦੀ ਲਈ ਐਲਾਨ ਕਰਨ ਦਾ ਸੰਕੇਤ ਸੀ। ਇਸ ਤਰ੍ਹਾਂ ਇੱਕ ਛੋਟੀ ਜਿਹੀ ਤਕਰਾਰ ਤੇ ਲੜਾਈ ਝਗੜੇ ਨੇ ਕੌਮੀ ਵਿਦਰੋਹ ਦਾ ਰੂਪ ਧਾਰਨ ਕਰ ਲਿਆ। ਲਾਹੌਰ ਵਿੱਚ ਰਾਜਾ ਤੇਜ ਸਿੰਘ ਤੇ ਉਹਦੇ ਵਰਗੇ ਹੋਰ ਬਦਕਿਸਮਤ ਬਾਲਕ ਦੇ ਨਾਮ ਤੇ ਦਰਬਾਰ ਲਗਾਉਂਦੇ ਰਹੇ ਤੇ ਉਵੇਂ ਹੀ ਕਰਦੇ ਰਹੇ ਜਿਵੇਂ ਫਰੰਗੀ ਹੁਕਮ ਕਰਦਾ ਰਿਹਾ। ਲਾਰਡ ਡਲਹੌਜ਼ੀ ਘਟਨਾਵਾਂ ਦੇ ਰੁਖ ਤੇ ਬਹੁਤ ਖੁਸ਼ ਸੀ, ਕਿਉਂਕਿ ਇਸ ਨਾਲ ਉਸ ਨੂੰ ਉਹ ਬਹਾਨਾ ਮਿਲ ਗਿਆ ਸੀ ਜਿਸ ਦੀ ਉਸ ਨੂੰ ਉਡੀਕ ਸੀ। ਹਜ਼ਾਰੇ ਵਿੱਚ ਬਗਾਵਤ ਫੈਲ ਗਈ ਹੈ। ਮੈਨੂੰ ਇਸ ਤੋਂ ਵਧੇਰੇ ਚੰਗੀ ਗੱਲ ਦੀ ਆਸ ਨਹੀਂ ਸੀ।
ਮੈਂ ਇਸ ਨਰਕੀ ਮੁਲਕ ਨੂੰ ਰਾਜ ਵਿੱਚ ਮਿਲਾਉਣ ਦੇ ਜ਼ਰੂਰੀ ਕੰਮ ਨੂੰ ਨਹੀਂ ਛੱਡ ਸਕਦਾ। ਮੈਂ ਤਲਵਾਰ ਧੂਲੀ ਹੈ ਤੇ ਇਸ ਵਾਰ ਮਿਆਨ ਪਾਸੇ ਸੁੱਟ ਦਿੱਤੀ ਹੈ। ਉਸਨੇ ਸ਼ੇਰ ਸਿੰਘ ਦੇ ਸਾਥ ਛੱਡ ਦੇਣ ਦੀ ਖਬਰ ਦਾ ਖੁਸ਼ੀ ਨਾਲ ਸਵਾਗਤ ਕੀਤਾ, ਕਿਉਂਕਿ ਇਸ ਨੇ ਹਾਲਾਤ ਨੂੰ ਉਸ ਸੰਕਟ ਦੀ ਸਥਿਤੀ ਤੇ ਲਿਆ ਖੜਾ ਕੀਤਾ ਹੈ ਜਿਸ ਦੀ ਉਸ ਨੂੰ ਕਈ ਮਹੀਨਿਆਂ ਤੋਂ ਉਡੀਕ ਸੀ। ਉਸਨੇ ਲਿਖਿਆ, ਅਸੀਂ ਹੁਣ ਲੜਾਈ ਤੋਂ ਪਹਿਲਾਂ ਦੀ ਸਥਿਤੀ ਵਿੱਚ ਨਹੀਂ, ਸਗੋਂ ਸਿੱਖ ਕੌਮ ਤੇ ਪੰਜਾਬ ਦੀ ਬਾਦਸ਼ਾਹੀ ਨਾਲ ਯੁੱਧ ਲੜ ਰਹੇ ਹਾਂ। ਕਲਕੱਤਾ ਛੱਡਣ ਤੋਂ ਪਹਿਲਾਂ ਡਲਹੌਜ਼ੀ ਨੇ ਸਪਸ਼ਟ ਤੇ ਨਿਰਸੰਕੋਚ ਢੰਗ ਨਾਲ ਐਲਾਨ ਕੀਤਾ, ਪਿਛਲੀ ਘਟਨਾ ਤੋਂ ਸਿੱਖਿਆ ਨਾ ਲੈਂਦੇ ਹੋਏ, ਉਦਾਹਰਨ ਤੋਂ ਬਿਲਕੁਲ ਪ੍ਰਭਾਵਿਤ ਹੋਏ ਬਿਨਾਂ ਸਿੱਖ ਕੌਮ ਨੇ ਯੁੱਧ ਮੰਗਿਆ ਹੈ ਅਤੇ ਮੈਂ ਵਚਨ ਦਿੰਦਾ ਹਾਂ ਕਿ ਉਹਨਾਂ ਨਾਲ ਬਦਲੇ ਦੀ ਭਾਵਨਾ ਨਾਲ ਯੁੱਧ ਕੀਤਾ ਜਾਵੇਗਾ। ਉਸਨੇ ਜਾਣ-ਬੁੱਝ ਕੇ ਆਪਣੇ ਐਲਾਨ ਵਿੱਚ ਦਰਬਾਰ ਨੂੰ ਸ਼ਾਮਲ ਨਾ ਕੀਤਾ ਤਾਂ ਜੋ ਅੰਗਰੇਜ਼ੀ ਸਹਾਇਤਾ ਸੈਨਾ ਲਾਹੌਰ ਦੇ ਇਲਾਕੇ ਵਿੱਚ ਇੱਕ ਸਥਾਪਿਤ ਸਰਕਾਰ ਦੇ ਵੈਰੀ ਵਜੋਂ ਨਹੀਂ, ਸਗੋਂ ਕਾਨੂੰਨ ਕਾਇਮ ਕਰਨ ਦੇ ਹੁਕਮ ਲਾਗੂ ਕਰਵਾਉਣ ਲਈ ਦਾਖਲ ਹੋ ਸਕੇ। ਇਹ ਨਾ ਬਰਾਬਰੀ ਦਾ ਯੁੱਧ ਸੀ। ਲਾਹੌਰ ਦੀ ਸੰਧੀ ਅਨੁਸਾਰ ਪੰਜਾਬ ਦੀਆਂ ਬਹੁਤ ਸਾਰੀਆਂ ਤੋਪਾਂ ਅੰਗਰੇਜ਼ਾਂ ਦੇ ਹਵਾਲੇ ਕੀਤੀਆਂ ਜਾ ਚੁੱਕੀਆਂ ਸਨ। ਪਿਆਦਾ ਫੌਜ ਦੀ ਗਿਣਤੀ ਘਟਾ ਕੇ 20,000 ਤੇ ਘੋੜਸਵਾਰ ਸੈਨਾ ਦੀ ਗਿਣਤੀ 12,000 ਕਰ ਦਿੱਤੀ ਗਈ ਸੀ। ਕਿਸਾਨਾਂ ਨੂੰ ਬੇਹਥਿਆਰ ਕਰ ਦਿੱਤਾ ਗਿਆ ਸੀ। ਦੂਸਰੇ ਪਾਸੇ ਅੰਗਰੇਜ਼ਾਂ ਨੇ ਸਤਲੁਜ ਦੇ ਕਿਨਾਰੇ 50,000 ਸੈਨਿਕ, ਫਿਰੋਜ਼ਪੁਰ ਦੀ ਛਾਉਣੀ ਵਿੱਚ 9,000 ਤੇ ਲਾਹੌਰ ਦੀ ਛਾਉਣੀ ਵਿੱਚ 9,000 ਸੈਨਿਕ ਇਕੱਠੇ ਕਰ ਲਏ ਸਨ। ਉਹਨਾਂ ਦੇ ਹੱਥਾਂ ਵਿੱਚ ਲਾਹੌਰ, ਕਾਂਗੜਾ ਤੇ ਸ਼ੇਖੂਪੁਰ ਦੇ ਸ਼ਕਤੀਸ਼ਾਲੀ ਤੇ ਮਜ਼ਬੂਤ ਕਿਲੇ ਸਨ। 1848 ਦੇ ਨਵੰਬਰ ਵਿੱਚ ਸਥਿਤੀ ਕੁਝ ਇਸ ਤਰ੍ਹਾਂ ਦੀ ਸੀ। ਚੱਜ ਤੇ ਸਿੰਧ ਸਾਗਰ ਦੁਆਬ ਨੇ ਆਜ਼ਾਦੀ ਦਾ ਐਲਾਨ ਕਰ ਦਿੱਤਾ ਸੀ। ਦੂਸਰੇ ਦੁਆਬੇ ਅੰਗਰੇਜ਼ਾਂ ਦੇ ਕਬਜ਼ੇ ਵਿੱਚ ਸਨ। ਵਿਦਰੋਹ ਦੇ ਦੋ ਕੇਂਦਰ ਸਨ। ਇੱਕ ਦੀ ਅਗਵਾਈ ਅਟਾਰੀ ਵਾਲੇ ਉੱਤਰ ਪੱਛਮ ਵਿੱਚ ਕਰ ਰਹੇ ਸਨ, ਦੂਸਰੇ ਦੀ ਅਗਵਾਈ ਦੱਖਣ ਵਿੱਚ ਮੂਲ ਰਾਜ ਕਰ ਰਿਹਾ ਸੀ। ਸ਼ੇਰ ਸਿੰਘ ਅਟਾਰੀ ਵਾਲਾ ਲਾਹੌਰ ਦੇ ਨੇੜਿਓਂ ਲੰਘਿਆ। ਸ਼ਹਿਰੀਆਂ ਵੱਲੋਂ ਉਸ ਨੂੰ ਜਿਸ ਬਗਾਵਤ ਦੀ ਉਮੀਦ ਸੀ ਉਹ ਨਾ ਹੋਈ। ਉਸ ਨੂੰ ਜਦ ਲਾਰਡ ਗਫ ਦੇ ਲਾਹੌਰ ਵੱਲ ਵਧਣ ਦੀ ਖਬਰ ਮਿਲੀ ਤਾਂ ਉੱਤਰ ਵੱਲ ਪਿੱਛੇ ਹਟ ਗਿਆ ਤਾਂ ਜੋ ਉਹ ਅੰਗਰੇਜ਼ਾਂ ਨੂੰ ਚਨਾਬ ਤੇ ਰੋਕ ਕੇ ਮੁਕਾਬਲਾ ਕਰੇ। ਗਫ ਚਨਾਬ ਵੱਲ ਵਧਿਆ ਤੇ ਸ਼ੇਰ ਸਿੰਘ ਵੀ ਸੈਨਾ ਨੂੰ ਦਿਖਾਈ ਦਿੱਤਾ ਜੋ ਦਰਿਆ ਦੇ ਦੂਸਰੇ ਕਿਨਾਰੇ ਬੈਠੀ ਸੀ। ਪੰਜਾਬੀਆਂ ਨੇ ਦਰਿਆ ਪਾਰ ਕੀਤਾ, ਰਾਮਗੜ੍ਹ ਦੇ ਕਿਲੇ ਤੇ ਅਧਿਕਾਰ ਕਰ ਲਿਆ ਤੇ ਜਨਰਲ ਕੈਂਪਬੈਲ ਨੂੰ ਹਰਾਇਆ ਜਿਸ ਨੇ ਉਹਨਾਂ ਤੇ ਹਮਲਾ ਕਰ ਦਿੱਤਾ ਸੀ। ਲਾਰਡ ਗਫ ਕੈਂਪਬੈਲ ਦੀ ਸਹਾਇਤਾ ਲਈ ਆਇਆ। ਅੰਗਰੇਜ਼ੀ ਫੌਜਾਂ ਨੇ ਚਨਾਬ ਦਰਿਆ ਦੋ ਥਾਵਾਂ ਤੋਂ ਪਾਰ ਕੀਤਾ ਤੇ ਸਦੁੱਲਾਪੁਰ ਪਿੰਡ ਨੇੜੇ ਸ਼ੇਰ ਸਿੰਘ ਦੇ ਨਾਲ ਤੋਪਖਾਨੇ ਦੇ ਰਸਾਲੇ ਨਾਲ ਦਵੱਲੀ ਝੜਪ ਹੋਈ। ਤੋਪਖਾਨੇ ਵਿੱਚ ਅੰਗਰੇਜ਼ੀ ਸੈਨਾ ਦੀ ਬਰਤਰੀ ਕਾਰਨ ਪੰਜਾਬੀ ਚਨਾਬ ਉੱਪਰ ਸਦੁੱਲਾਪੁਰ ਨੂੰ ਛੱਡ ਕੇ ਦਰਿਆ ਜੇਹਲਮ ਵੱਲ ਚਲੇ ਗਏ। ਉਹਨਾਂ ਨੇ ਉਸ ਥਾਂ ਤੇ ਮੋਰਚੇ ਬਣਾ ਲਏ ਜਿੱਥੇ ਪਿਛਲੇ ਪਾਸੇ ਦਰਿਆ ਵਗਦਾ ਸੀ ਤੇ ਉਹਨਾਂ ਦੇ ਸਾਹਮਣੇ ਪਾਸੇ ਸੰਘਣਾ ਝਾੜ ਬੂਝ ਉੱਗਿਆ ਹੋਇਆ ਸੀ ਜਿਸ ਨੂੰ ਡੂੰਘੀਆਂ ਖੱਡਾਂ ਕੱਟ ਕੇ ਲੰਘਦੀਆਂ ਸਨ। ਅੰਗਰੇਜ਼ਾਂ ਨੇ ਪੰਜਾਬੀ ਮੋਰਚਿਆਂ ਤੋਂ 3 ਮੀਲ ਦੀ ਦੂਰੀ ਤੇ ਮੋਰਚੇ ਮੱਲੇ ਹੋਏ ਸਨ। ਕੁਝ ਸਮੇਂ ਲਈ ਦੋਵੇਂ ਫੌਜਾਂ ਬਿਨਾਂ ਕਿਸੇ ਕਾਰਵਾਈ ਦੇ ਟਿਕੀਆਂ ਰਹੀਆਂ। ਫਿਰ ਪੰਜਾਬੀਆਂ ਦਾ ਰਸਦ ਸਮਾਨ ਮੁੱਕਣਾ ਸ਼ੁਰੂ ਹੋ ਗਿਆ ਤੇ ਉਹਨਾਂ ਨੇ ਵੈਰੀ ਨੂੰ ਉਸ ਦੇ ਟਿਕਾਣੇ ਤੋਂ ਕੱਢਣ ਦੀ ਕੋਸ਼ਿਸ਼ ਕੀਤੀ। ਦੂਸਰੇ ਮੋਰਚਿਆਂ ਤੋਂ ਆ ਰਹੀਆਂ ਖਬਰਾਂ ਨੇ ਮੁਕਾਬਲਾ ਕਰ ਰਹੀਆਂ ਧਿਰਾਂ ਨੂੰ ਜੇਹਲਮ ਕਿਨਾਰੇ ਲੜਾਈ ਸ਼ੁਰੂ ਕਰਨ ਲਈ ਉਤੇਜਿਤ ਕੀਤਾ। ਚਤਰ ਸਿੰਘ ਅਟਾਰੀ ਵਾਲਾ ਨੇ ਅਟਕ ਤੇ ਅਧਿਕਾਰ ਕਰਕੇ ਉਸ ਨੂੰ ਆਜ਼ਾਦ ਕਰਵਾ ਲਿਆ ਸੀ ਤੇ ਉਸਨੇ ਫਾਲਤੂ ਸੈਨਾ ਆਪਣੇ ਪੁੱਤਰ ਵੱਲ ਭੇਜ ਦਿੱਤੀ ਸੀ ਤੇ ਇਕਰਾਰ ਕੀਤਾ ਕਿ ਉਹ ਛੇਤੀ ਹੀ ਵੈਰੀ ਤੇ ਹਮਲਾ ਕਰਨ ਲਈ ਉਸ ਨਾਲ ਆ ਮਿਲੇਗਾ। ਅੰਗਰੇਜ਼ਾਂ ਨੂੰ ਇਸ ਤੋਂ ਵੀ ਵਧੇਰੇ ਹੱਲਾਸ਼ੇਰੀ ਵਾਲੀ ਖਬਰ ਮੁਲਤਾਨ ਤੋਂ ਮਿਲੀ। ਅੰਗਰੇਜ਼ਾਂ ਦਾ ਇੱਕ ਤੋਪ ਦਾ ਗੋਲਾ ਕਿਲੇ ਦੇ ਅਸਲਾਖਾਨੇ ਤੇ ਜਾ ਡਿੱਗਿਆ ਜਿਸ ਨਾਲ 4 ਲੱਖ ਪਾਉਂਡ ਦੇ ਗੋਲਾ ਬਰੂਦ ਨੂੰ ਅੱਗ ਲੱਗ ਗਈ ਤੇ ਜਿਸ ਕਰਕੇ 500 ਰੱਖਿਅਕ ਸੈਨਿਕ ਮਾਰੇ ਗਏ। ਲੜਾਈ ਦਾ ਰੁਖ ਅੰਗਰੇਜ਼ਾਂ ਦੇ ਹੱਕ ਵਿੱਚ ਹੋ ਗਿਆ ਸੀ। ਉਹ ਹੁਣ ਨਾਕਾਬੰਦੀ ਕਰਨ ਲਈ ਤੋਪਾਂ ਦੀ ਉਡੀਕ ਕਰਨ ਲੱਗੇ ਤਾਂ ਜੋ ਮੂਲ ਰਾਜ ਨੂੰ ਆਤਮ ਸਮਰਪਣ ਲਈ ਮਜਬੂਰ ਕੀਤਾ ਜਾ ਸਕੇ। 13 ਜਨਵਰੀ 1849 ਨੂੰ ਚੇਲੀਆਂਵਾਲਾ ਦੀ ਲੜਾਈ। ਪੰਜਾਬੀ ਅਤੇ ਅੰਗਰੇਜ਼ ਇੱਕ ਦੂਸਰੇ ਨੂੰ ਦਾ ਲਾ ਕੇ ਚੰਗੇ ਟਿਕਾਣਿਆਂ ਦੀ ਦੌੜ ਵਿੱਚ ਲੱਗ ਪਏ। ਲਾਰਡ ਗਫ ਨੇ ਜੰਗਲ ਵੱਲੋਂ ਟਾਲਾ ਕਰਕੇ ਪਾਸਿਆਂ ਤੋਂ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਸ਼ੇਰ ਸਿੰਘ ਅਟਾਰੀ ਵਾਲਾ ਨੇ ਉਹਦੀ ਚਾਲ ਪਹਿਲਾਂ ਹੀ ਭਾਂਪ ਲਈ ਤੇ ਉਸਨੇ ਇੱਕ ਹੋਰ ਯੁੱਧ ਪੰਕਤੀ ਬਣਾ ਲਈ ਜਿਸ ਅਨੁਸਾਰ ਅਜੇ ਵੀ ਉਹਨਾਂ ਤੇ ਵੈਰੀਆਂ ਵਿਚਕਾਰ ਜੰਗਲ ਤੇ ਖੱਡਾਂ ਸਨ। 13 ਜਨਵਰੀ 1848 ਨੂੰ
ਅੰਗਰੇਜ਼ਾਂ ਨੇ ਧਾਵਾ ਬੋਲ ਦਿੱਤਾ। ਪੰਜਾਬੀਆਂ ਨੇ ਉਹਨਾਂ ਨੂੰ ਚੇਲੀਆਂ ਵਾਲੇ ਪਿੰਡ ਵੱਲੋਂ ਵਧਦਿਆਂ ਵੇਖ ਲਿਆ ਤੇ ਤੁਰੰਤ ਉਹਨਾਂ 'ਤੇ ਗੋਲਾਬਾਰੀ ਸ਼ੁਰੂ ਕਰ ਦਿੱਤੀ। 1 ਘੰਟੇ ਲਈ ਪੰਜਾਬੀ ਤੋਪਾਂ ਨੇ ਵੈਰੀ ਨੂੰ ਦੂਰ ਹੀ ਰੱਖਿਆ। ਜਦੋਂ ਉਹਨਾਂ ਵੱਲੋਂ ਗੋਲਾਬਾਰੀ ਵਿੱਚ ਕੁਝ ਢਿੱਲ ਹੋਈ ਤਾਂ ਅੰਗਰੇਜ਼ਾਂ ਨੇ, ਜਿਨ੍ਹਾਂ ਦੀ ਗਿਣਤੀ ਜ਼ਿਆਦਾ ਸੀ, ਉਹਨਾਂ ਪੰਜਾਬੀਆਂ ਨੂੰ ਦਰਿਆ ਵੱਲ ਧੱਕ ਦੇਣ ਲਈ ਜ਼ੋਰਦਾਰ ਹਮਲਾ ਕਰ ਦਿੱਤਾ। ਪੰਜਾਬੀ ਝਾੜ ਫੂਸ ਦੇ ਜੰਗਲ ਵਿੱਚ ਖਿਲਰ ਗਏ ਤੇ ਉਹਨਾਂ ਨੇ ਆਪਣੀ 2.5 ਫੁੱਟ ਦੀ ਯੁੱਧ ਕਲਾ ਅਪਣਾ ਲਈ। ਹਨੇਰਾ ਹੋਣ ਤੱਕ ਦੋਹਾਂ ਸੈਨਾਵਾਂ ਵਿੱਚ ਘਮਸਾਨ ਦਾ ਯੁੱਧ ਹੋਇਆ। ਪੰਜਾਬੀਆਂ ਨੇ ਅੰਗਰੇਜ਼ਾਂ ਦੀਆਂ 4 ਤੋਪਾਂ 'ਤੇ ਕਬਜ਼ਾ ਕਰ ਲਿਆ ਤੇ 3 ਪਲਟਨਾਂ ਦੇ ਝੰਡੇ ਖੋਹ ਲਏ। ਚੇਲੀ ਵਾਲਿਆਂ ਦੀ ਲੜਾਈ ਵਿੱਚ ਅੰਗਰੇਜ਼ਾਂ ਦੇ ਭਾਰਤ ਵਿੱਚ ਕਬਜ਼ਾ ਹੋ ਜਾਣ ਦੇ ਸਮੇਂ ਤੋਂ ਲੈ ਕੇ ਉਹਨਾਂ ਦੀ ਸਭ ਤੋਂ ਬੁਰੀ ਹਾਰ ਹੋਈ। ਅਗਲੀ ਸਵੇਰ ਪੰਜਾਬੀਆਂ ਦੀ ਜਿੱਤ ਦੇ ਨਾਮ 'ਤੇ 21 ਤੋਪਾਂ ਦੀ ਸਲਾਮੀ ਲਈ ਗਈ। ਇਸ ਵਾਰ ਵੀ ਪੰਜਾਬੀਆਂ ਨੇ ਫਿਰੋਜ਼ ਸ਼ਾਹ ਦੀ ਲੜਾਈ ਵਾਂਗ ਆਪਣੀ ਜਿੱਤ ਦਾ ਲਾਭ ਨਾ ਉਠਾਇਆ। ਉਹਨਾਂ ਦਾ ਆਪਣਾ ਨੁਕਸਾਨ ਕਾਫੀ ਹੋ ਗਿਆ ਸੀ ਤੇ ਉਹ ਇਸ ਗੱਲ ਤੋਂ ਅਣਜਾਣ ਹੀ ਰਹੇ ਕਿ ਉਹਨਾਂ ਨੇ ਵੈਰੀ ਨੂੰ ਕਿਤਨਾ ਭਾਰੀ ਨੁਕਸਾਨ ਪਹੁੰਚਾਇਆ ਸੀ। ਕੁਦਰਤ ਵੀ ਅੰਗਰੇਜ਼ਾਂ ਲਈ ਸਹਾਈ ਹੋਈ। ਜਿਉਂ ਹੀ ਲੜਾਈ ਬੰਦ ਹੋਈ ਤਾਂ ਵਰਖਾ ਸ਼ੁਰੂ ਹੋ ਗਈ। ਅਗਲੇ 3 ਦਿਨ ਬਾਰਿਸ਼ ਲਗਾਤਾਰ ਹੁੰਦੀ ਰਹੀ ਤੇ ਖੱਡਾਂ ਪਾਣੀ ਨਾਲ ਭਰੀਆਂ ਖਾਈਆਂ ਵਿੱਚ ਤਬਦੀਲ ਹੋ ਗਈਆਂ, ਜਿਸ ਨਾਲ ਸਿੱਖ ਆਪਣੇ ਸ਼ਿਕਾਰ ਤੋਂ ਅਲੱਗ ਹੋ ਗਏ। ਚੌਥੇ ਦਿਨ ਜਦੋਂ ਪਾਣੀ ਨਾਲ ਗੜੁੱਚ ਮੈਦਾਨ ਤੇ ਸੂਰਜ ਚਮਕਿਆ ਤਾਂ ਅੰਗਰੇਜ਼ ਚੇਲੀਆਂ ਵਾਲੇ ਚੋਂ ਨਿਕਲ ਕੇ ਚੱਜ ਤੋਂ ਪਾਰ ਚਨਾਬ ਦੇ ਕਿਨਾਰੇ ਚਲੇ ਗਏ। ਅਟਾਰੀ ਵਾਲਿਆਂ ਨੇ ਜਾਰਜ ਲਾਰੈਂਸ ਨੂੰ ਸੁਲ੍ਹਾ ਦੀਆਂ ਸ਼ਰਤਾਂ ਦੇ ਕੇ ਭੇਜਿਆ ਸੀ, ਜਿਸ ਨੂੰ ਉਹਨਾਂ ਨੇ ਕੈਦ ਕਰ ਲਿਆ ਸੀ। ਉਹਨਾਂ ਨੇ ਮੰਗ ਕੀਤੀ ਕਿ ਦਲੀਪ ਸਿੰਘ ਨੂੰ ਮਹਾਰਾਜਾ ਸੁਸ਼ੋਭਿਤ ਕੀਤਾ ਜਾਵੇ ਤੇ ਅੰਗਰੇਜ਼ ਫੌਜਾਂ ਪੰਜਾਬ 'ਚੋਂ ਨਿਕਲ ਜਾਣ। ਇਹ ਪੇਸ਼ਕਸ਼ ਵੀ ਠੁਕਰਾ ਦਿੱਤੀ ਗਈ। ਗੁਜਰਾਤ ਦੀ ਲੜਾਈ 21 ਫਰਵਰੀ 1849। ਅਟਾਰੀ ਵਾਲੇ ਚਨਾਬ ਵੱਲ ਵਧੇ ਤੇ ਉਹਨਾਂ ਨੇ ਆਪਣੀਆਂ ਫੌਜਾਂ ਦੀ ਮੋਰਚਾਬੰਦੀ ਘੋੜੇ ਦੀ ਨਾਲ ਦੀ ਸ਼ਕਲ ਵਿੱਚ ਗੁਜਰਾਤ ਸ਼ਹਿਰ ਤੇ ਦਰਿਆ ਦੇ ਵਿਚਕਾਰ ਕਰ ਲਈ। ਉਹ ਤੋਪਾਂ ਤੇ ਆਦਮੀਆਂ ਦੀ ਗਿਣਤੀ ਪੱਖੋਂ ਕਮਜ਼ੋਰ ਸਥਿਤੀ ਵਿੱਚ ਸਨ। ਅੰਗਰੇਜ਼ਾਂ ਦੀਆਂ 66 ਤੋਪਾਂ ਦੇ ਮੁਕਾਬਲੇ ਉਹਨਾਂ ਕੋਲ 59 ਸਨ। ਅੰਗਰੇਜ਼ਾਂ ਨੇ ਸਵੇਰੇ 7:30 ਵਜੇ ਹਮਲਾ ਸ਼ੁਰੂ ਕਰ ਦਿੱਤਾ। ਪੰਜਾਬੀਆਂ ਨੇ ਵੀ ਆਪਣੀ ਆਦਤ ਅਨੁਸਾਰ ਕਾਹਲੀ ਗੋਲਾਬਾਰੀ ਸ਼ੁਰੂ ਕਰ ਦਿੱਤੀ ਤੇ ਆਪਣੀਆਂ ਤੋਪਾਂ ਦੀ ਸਥਿਤੀ ਦਾ ਭੇਦ ਪ੍ਰਗਟ ਕਰ ਦਿੱਤਾ। 1 ਘੰਟੇ ਦੀ ਗੋਲਾਬਾਰੀ ਪਿੱਛੋਂ ਪੰਜਾਬੀ ਤੋਪਖਾਨੇ ਨੂੰ ਅੰਗਰੇਜ਼ਾਂ ਨੇ ਚੁੱਪ ਕਰਵਾ ਦਿੱਤਾ। ਫਿਰ ਉਹਨਾਂ ਦੇ ਘੋੜਸਵਾਰ ਤੇ ਪਿਆਦਾ ਸੈਨਾ ਨੇ ਪੰਜਾਬੀਆਂ ਦੇ ਮੋਰਚਿਆਂ 'ਤੇ ਹਮਲਾ ਕਰ ਦਿੱਤਾ। ਅਫਗਾਨ ਘੋੜਸਵਾਰਾਂ ਨੇ, ਜੋ ਪੰਜਾਬੀਆਂ ਨਾਲ ਆ ਮਿਲੇ ਸਨ, ਵੈਰੀ ਨੂੰ ਥਿੜਕਾਉਣ ਤੇ ਲਾਂਭੇ ਲਿਜਾਣ ਦੀ ਕੋਸ਼ਿਸ਼ ਕੀਤੀ, ਪਰ ਉਹਨਾਂ ਨੂੰ ਆਪਣੇ ਮਨੋਰਥ ਵਿੱਚ ਸਫਲਤਾ ਨਾ ਮਿਲੀ। ਪੰਜਾਬੀ ਵੈਰੀ ਨਾਲ ਹੱਥੋਂ-ਹੱਥ ਲੜਾਈ ਵਿੱਚ ਉਲਝ ਗਏ। ਜਨਰਲ ਠੈਕਵੈਲ ਨੇ ਲਿਖਿਆ ਹੈ, ਇਸ ਲੜਾਈ ਵਿੱਚ ਤੇ ਚੇਲੀਆਂ ਵਾਲੀ ਵਿੱਚ ਸਿੱਖਾਂ ਨੇ ਆਪਣੇ ਹਮਲਾਵਰਾਂ ਦੀਆਂ ਸੰਗੀਨਾਂ ਖੱਬੇ ਹੱਥਾਂ ਨਾਲ ਫੜ ਲਈਆਂ ਤੇ ਨੇੜੇ ਹੋ ਕੇ ਆਪਣੇ ਸੱਜੇ ਹੱਥਾਂ ਵਿੱਚ ਫੜੀਆਂ ਤਲਵਾਰਾਂ ਨਾਲ ਆਪਣੇ ਵੈਰੀਆਂ ਨੂੰ ਬੁਰੀ ਤਰ੍ਹਾਂ ਘਾਇਲ ਕਰ ਦਿੱਤਾ। ਇਹ ਹਾਲਾਤ ਇਹ ਦਰਸਾਉਣ ਲਈ ਕਾਫੀ ਹਨ ਕਿ ਇਹ ਆਦਮੀ ਕਿਸ ਪ੍ਰਕਾਰ ਦੀ ਸਾਹਸੀ ਨਸਲ ਦੇ ਸਨ। ਭਾਰੀ ਗਿਣਤੀ ਤੇ ਅਸਲੇ ਨੇ ਲੜਾਈ ਦਾ ਫੈਸਲਾ ਕਰ ਦਿੱਤਾ। ਪੰਜਾਬੀ ਹਾਰ ਗਏ। ਅੰਗਰੇਜ਼ਾਂ ਨੇ ਗੁਜਰਾਤ 'ਤੇ ਕਬਜ਼ਾ ਕਰ ਲਿਆ ਤੇ ਤਦ ਤੱਕ ਉਹਨਾਂ ਦਾ ਪਿੱਛਾ ਕੀਤਾ ਜਦ ਤੱਕ ਉਹਨਾਂ ਨੂੰ ਲੱਭ ਕੇ ਖਤਮ ਨਾ ਕਰ ਦਿੱਤਾ। ਗੁਜਰਾਤ ਦੀ ਲੜਾਈ ਦੇ ਨਾਲ ਹੀ ਪੰਜਾਬੀਆਂ ਵੱਲੋਂ ਅੰਗਰੇਜ਼ਾਂ ਦਾ ਸੰਗਠਿਤ ਵਿਰੋਧ ਸਮਾਪਤ ਹੋ ਗਿਆ। 11 ਮਾਰਚ 1849 ਨੂੰ ਅਟਾਰੀ ਵਾਲਿਆਂ ਨੇ ਰਸਮੀ ਤਰੀਕੇ ਨਾਲ ਰਾਵਲਪਿੰਡੀ ਨੇੜੇ ਹੁਰਮੁਖ ਦੇ ਸਥਾਨ 'ਤੇ ਮੇਜਰ ਜਨਰਲ ਗਿਲਬਰਟ ਅੱਗੇ ਹਥਿਆਰ ਸੁੱਟ ਦਿੱਤੇ। ਉਹਨਾਂ ਦੇ ਮਗਰ ਹੀ 14 ਮਾਰਚ ਨੂੰ ਸਾਰੀ ਸਿੱਖ ਫੌਜ ਨੇ ਹਥਿਆਰ ਸੁੱਟ ਦਿੱਤੇ। ਜਨਰਲ ਠੈਕਵੈਲ ਨੇ ਇਸ ਦ੍ਰਿਸ਼ ਨੂੰ ਇਸ ਤਰ੍ਹਾਂ ਵਰਣਨ ਕੀਤਾ ਹੈ, ਬਜ਼ੁਰਗ ਖਾਲਸਾ ਮਹਾਰਥੀਆਂ ਦੀ ਹਥਿਆਰ ਸੁੱਟਣ ਦੀ ਝਿਜਕ ਸਾਫ਼ ਦਿਖਾਈ ਦਿੰਦੀ ਸੀ। ਕਈ ਤਾਂ ਆਪਣੇ ਅਥਰੂ ਵੀ ਨਾ ਰੋਕ ਸਕੇ। ਦੂਸਰਿਆਂ ਦੇ ਚਿਹਰਿਆਂ 'ਤੇ ਗੁੱਸਾ ਤੇ ਨਫ਼ਰਤ ਸਾਫ਼ ਦਿਖਾਈ ਦਿੰਦੀ ਸੀ। ਇੱਕ ਚਿੱਟੀ ਦਾੜੀ ਵਾਲੇ ਬਜ਼ੁਰਗ ਦੀ ਟਿੱਪਣੀ ਨੇ ਪੰਜਾਬ ਦੇ ਇਤਿਹਾਸ ਦਾ ਸਾਰ ਪ੍ਰਗਟ ਕਰਦਿਆਂ ਕਿਹਾ, ਅੱਜ ਰਣਜੀਤ ਸਿੰਘ ਮਰ ਗਿਆ ਹੈ। 29 ਮਾਰਚ 1849 ਨੂੰ ਕਿਲ੍ਹੇ ਵਿੱਚ ਦਰਬਾਰ ਲਗਾਇਆ ਗਿਆ। ਇੱਕ ਐਲਾਨ ਕੀਤਾ ਗਿਆ ਕਿ ਸਿੱਖ ਸਲਤਨਤ ਸਮਾਪਤ ਹੋ ਗਈ ਹੈ। ਮਹਾਰਾਜਾ ਦਲੀਪ ਸਿੰਘ ਨੇ ਕੋਹਿਨੂਰ ਅੰਗਰੇਜ਼ਾਂ ਨੂੰ ਸੌਂਪ ਦਿੱਤਾ ਤੇ ਫਿਰ ਕਦੇ ਤਖਤ ਨਾ ਬੈਠਣ ਲਈ ਆਪਣੇ ਪ੍ਰਸਿੱਧ ਪਿਤਾ ਦੇ ਤਖਤ ਤੋਂ ਥੱਲੇ ਉਤਰ ਗਿਆ। ਬਾਕੀ ਅਗਲੇ ਹਿੱਸੇ ਵਿੱਚ।